ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਜਿਸ ਦਾ ਦਿੱਤਾ ਖਾਵਨਾ ਤਿਸ ਕਹੀਆ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੈ ਅਰਦਾਸ। ਜਿਸ ਪ੍ਰਭੂ ਦੇ ਬਖਸ਼ਿਸ਼ ਕੀਤੇ ਪਦਾਰਥ ਅਸੀਂ ਖਾਂਦੇ ਹਾਂ, ਉਸ ਦੀ ਸਿਫਤ ਸਲਾਹ ਵੀ ਸਾਨੂੰ ਕਰਨੀ ਚਾਹੀਦੀ ਹੈ। ਉਸ ਪ੍ਰਭੂ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਦਾ, ਉਸ ਅੱਗੇ ਤਾਂ ਹਮੇਸ਼ਾ ਅਰਦਾਸ ਹੀ ਕਰਨੀ ਬਣਦੀ ਹੈ। ਕਿਉਂਕਿ ਜੋ ਵੀ ਕੁਝ ਅਸੀਂ ਖਾਂਦੇ ਹਾਂ, ਪਹਿਨਦੇ ਹਾਂ, ਭੋਗ ਰਹੇ ਹਾਂ, ਇਹ ਸਭ ਉਸ ਦਾਤਾਰ ਮਾਲਿਕ ਪ੍ਰਮਾਤਮਾ ਦੀ ਰਹਿਮਤ ਨਾਲ ਵਰਤ ਰਹੇ ਹਾਂ। ਜੇ ਉਸ ਦਾਤਾਰ ਦੀ ਰਹਿਮਤ ਨਾ ਹੋਵੇ, ਮਨੁੱਖ ਦਾ ਸਾਰਾ ਕੁਝ ਖਾਣਾ ਪੀਣਾ ਪਹਿਨਣਾ ਛੁੱਟ ਜਾਂਦਾ ਹੈ। ਤਦ ਹੀ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰੂ ਅਰਜਨ ਦੇਵ ਜੀ ਨੇ ਉਸ ਦਾਤਾਰ ਦੀਆਂ ਬਖਸ਼ਿਸ਼ਾਂ ਜੋ ਆਪਾਂ ਵਰਤ ਰਹੇ ਹਾਂ, ਉਹਨਾਂ ਦਾ ਜ਼ਿਕਰ ਕਰਕੇ ਸਾਨੂੰ ਦਾਤਾਂ ਦੇਣ ਵਾਲੇ ਦਾਤਾਰ ਦਾ ਧੰਨਵਾਦ ਅਤੇ ਸ਼ੁਕਰਾਨਾ ਕਰਨ ਲਈ ਬਾਰੰਬਾਰ ਪ੍ਰੇਰਣਾ ਦਿੱਤੀ ਹੈ। ਅਤੇ ਜੋ ਮਨੁੱਖ ਉਸ ਦੀਆਂ ਦਿੱਤੀਆਂ ਦਾਤਾਂ ਨੂੰ ਪਾ ਕੇ ਦੇਣਹਾਰ ਦਾਤਾਰ ਨੂੰ ਭੁਲਾ ਦਿੰਦਾ ਹੈ, ਉਸ ਤੋਂ ਵੱਡਾ ਪਾਪੀ ਕੋਈ ਹੋ ਹੀ ਨਹੀਂ ਸਕਦਾ। ਐਸੇ ਲੋਕਾਂ ਦੀ ਸਮਾਜ ਵਿੱਚ ਨਿਰਾਦਰੀ ਹੀ ਹੁੰਦੀ ਹੈ। ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ। ਜਦੋਂ 5 ਸਿੱਖ ਇੱਕ ਮਾਈ ਦੇ ਘਰ ਪ੍ਰਸ਼ਾਦਾ ਛਕਣ ਗਏ, ਪਰ ਕਿਸੇ ਨੂੰ ਵੀ ਅਰਦਾਸ ਹੀ ਕਰਨੀ ਨਹੀਂ ਸੀ ਆਉਂਦੀ, ਤਾਂ ਮਾਈ ਨੇ ਕਰੜੇ ਬੋਲ ਬੋਲ ਕੇ ਉਹਨਾਂ ਦਾ ਅਪਮਾਨ ਕੀਤਾ। ਅਤੇ ਇਹਨਾਂ ਬੋਲਾਂ ਦਾ ਉਹਨਾਂ ਉੱਪਰ ਕੀ ਪ੍ਰਭਾਵ ਪਿਆ, ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਿਮੀਂਦਾਰ ਦੀ ਘਰਵਾਲੀ ਜੋ ਕਿ ਗੁਰੂ ਘਰ ਦੀ ਬੜੀ ਵੱਡੀ ਪ੍ਰੇਮਣ ਸੀ, ਉਸਨੇ ਆਪਣੇ ਮਨ ਵਿੱਚ ਸੰਕਲਪ ਕੀਤਾ ਕਿ ਜਦੋਂ ਹਾੜੀ ਦੀ ਫਸਲ ਸਾਡੇ ਘਰ ਵਿੱਚ ਆਵੇਗੀ ਤਾਂ ਉਸ ਫਸਲ ਨੂੰ ਵਰਤਣ ਤੋਂ ਪਹਿਲਾਂ 5 ਸਿੰਘਾਂ ਨੂੰ ਲੰਗਰ ਛਕਾ ਕੇ ਹੀ ਪਰਿਵਾਰ ਉਸ ਫਸਲ ਦੀ ਵਰਤੋਂ ਕਰੇਗਾ। ਅਤੇ ਮਾਤਾ ਨੇ ਇਸ ਸੰਕਲਪ ਨੂੰ ਪੂਰਾ ਕਰਨ ਵਾਸਤੇ ਆਪਣੇ ਪਿੰਡ ਦੇ ਇੱਕ ਬਜ਼ੁਰਗ ਸਿੰਘ ਨੂੰ ਬੇਨਤੀ ਕੀਤੀ ਕਿ ਅਸੀਂ 5 ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਇੱਕ ਆਪ ਜੀ ਹੋ ਜਾਓ ਅਤੇ ਬਾਕੀ 4 ਸਿੰਘ ਤੁਸੀਂ ਆਪ ਹੀ ਰਹਿਤ ਬਹਿਤ ਵਾਲੇ ਢੂੰਡ ਲਓ। ਅਤੇ ਤਾਰੀਖ ਅਤੇ ਦਿਨ ਵੀ ਉਸ ਮਾਤਾ ਨੇ ਉਸ ਸਿਆਣੇ ਬਜ਼ੁਰਗ ਨੂੰ ਦੱਸ ਦਿੱਤਾ। ਉਸ ਸਮੇਂ ਦੇ ਅੰਦਰ ਅੰਮ੍ਰਿਤਧਾਰੀ ਸਿੰਘ ਲੱਭਣੇ ਵੀ ਬਹੁਤ ਹੀ ਕਠਿਨ ਸਨ। ਉਸ ਬਜ਼ੁਰਗ ਨੇ ਬੜੀ ਹੀ ਕਠਿਨਾਈ ਦੇ ਨਾਲ 4 ਹੋਰ ਸਿੰਘਾਂ ਨੂੰ ਤਿਆਰ ਕੀਤਾ। ਅਤੇ ਜਦੋਂ ਉਹ 5 ਸਿੰਘ ਨਿਯਤ ਦਿਨ ਅਤੇ ਤਾਰੀਖ ਵਾਲੇ ਦਿਨ ਮਾਤਾ ਦੇ ਘਰ ਪੁੱਜੇ ਤੇ ਜਾ ਕੇ ਦੇਖਿਆ, ਮਾਤਾ ਨੇ ਬੜੇ ਪ੍ਰੇਮ ਦੇ ਨਾਲ ਧਰਤੀ ਉੱਤੇ ਲੇਪਨ ਕਰਕੇ ਦਰੀ ਵਿਛਾਈ ਹੋਈ ਸੀ ਅਤੇ ਉਸ ਦਰੀ ਉੱਪਰ ਨਵੀਆਂ ਚਾਦਰਾਂ ਵੀ ਵਿਛਾਈਆਂ ਹੋਈਆਂ ਸਨ। ਮਾਤਾ ਨੇ ਪਹਿਲਾਂ ਪਾਣੀ ਦੇ ਨਾਲ ਉਹਨਾਂ ਸਿੰਘਾਂ ਦੇ ਪੈਰ ਧਵਾਏ ਅਤੇ ਫਿਰ ਘਰ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲੇ ਉਹਨਾਂ ਦੇ ਅੱਗੇ ਤੇਲ ਵੀ ਚੋਇਆ ਅਤੇ ਬੜੇ ਪ੍ਰੇਮ ਦੇ ਨਾਲ ਵਿਛਾਏ ਹੋਏ ਆਸਨ ਤੇ ਉਹਨਾਂ ਸਿੰਘਾਂ ਨੂੰ ਬਿਠਾਇਆ ਅਤੇ ਆਪਣੇ ਲੜਕੇ ਨੂੰ ਉਹਨਾਂ ਸਿੰਘਾਂ ਨੂੰ ਪੱਖਾ ਚੱਲਣ ਵਾਸਤੇ ਵੀ ਕਹਿ ਦਿੱਤਾ। ਅਤੇ ਹੁਣ ਉਹ ਮਾਤਾ ਅਤੇ ਉਸ ਦਾ ਪਤੀ ਬੜੇ ਚਾਅ ਦੇ ਨਾਲ ਸਿੰਘਾਂ ਦੀ ਸੇਵਾ ਕਰਨ ਵਿੱਚ ਜੁਟ ਗਏ। ਮਾਤਾ ਨੇ 5 ਥਾਲ ਕੋਲੀਆਂ ਨਾਲ ਸਜਾ ਕੇ ਵਾਰੀ-ਵਾਰੀ ਸਿੰਘਾਂ ਦੇ ਅੱਗੇ ਰੱਖੀਆਂ ਅਤੇ ਬਣਾਏ ਗਏ ਲੰਗਰ ਨੂੰ ਪਰੋਸਿਆ ਅਤੇ ਸਾਰੇ ਸਿੰਘਾਂ ਨੇ ਜੈਕਾਰਾ ਛੱਡਿਆ ਅਤੇ ਲੰਗਰ ਛਕਣਾ ਸ਼ੁਰੂ ਕਰ ਦਿੱਤਾ। ਅਤੇ ਜਦੋਂ ਉਹਨਾਂ ਨੇ ਲੰਗਰ ਛਕ ਲਿਆ ਤਾਂ ਮਾਤਾ ਨੇ ਉਹਨਾਂ ਸਿੰਘਾਂ ਦੇ ਹੱਥ ਸੁੱਚੇ ਕਰਵਾਏ ਅਤੇ ਉਹ ਦੋਨੇ ਪਤੀ ਪਤਨੀ ਉਹਨਾਂ ਸਿੰਘਾਂ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠ ਗਏ। ਅਤੇ ਮਾਤਾ ਜੀ ਉਹਨਾਂ ਸਿੰਘਾਂ ਨੂੰ ਕਹਿਣ ਲੱਗੀ, ਜਿਹੋ ਜਿਹਾ ਰੁੱਖਾ ਮੇਸਾ ਪ੍ਰਸ਼ਾਦਾ ਸਾਤੋਂ ਸਰ ਬਣਿਆ ਹੈ, ਅਸੀਂ ਆਪਣੇ ਵਿੱਤ ਅਨੁਸਾਰ ਆਪ ਜੀ ਦੇ ਸਨਮੁਖ ਹਾਜ਼ਰ ਕਰ ਦਿੱਤਾ। ਸਾਡੇ ਨਿਮਾਣਿਆਂ ਪਾਸੋਂ ਸੇਵਾ ਕਰਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਕਰ ਦੇਣਾ। ਅਤੇ ਨਾਲ ਹੀ ਮਾਤਾ ਦੇ ਪਤੀ ਨੇ ਉੱਠ ਕੇ 5 ਸਰੋਪੇ ਵੀ ਉਹਨਾਂ ਦੇ ਗਲਾਂ ਵਿੱਚ ਪਾਏ। ਅਤੇ ਜਦੋਂ ਉਸ ਬਜ਼ੁਰਗ ਨੇ ਮਾਤਾ ਨੂੰ ਸੰਬੋਧਨ ਕਰਕੇ ਕਿਹਾ ਕਿ ਹੁਣ ਸਾਨੂੰ ਜਾਣ ਦੀ ਆਗਿਆ ਬਖਸ਼ੋ, ਤਾਂ ਮਾਤਾ ਕਹਿਣ ਲੱਗੀ, ਪ੍ਰਸ਼ਾਦਾ ਛਕੇ ਦੀ ਅਰਦਾਸ ਤਾਂ ਕਰ ਦਿਓ। ਇਹ ਸੁਣ ਕੇ ਸਾਰੇ ਸਿੰਘ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗ ਪਏ ਅਤੇ ਇੱਕ ਦੂਜੇ ਨੂੰ ਅਰਦਾਸ ਕਰਨ ਵਾਸਤੇ ਕਹਿਣ ਲੱਗੇ।
ਅਤੇ ਫਿਰ ਉਸ ਬਜ਼ੁਰਗ ਨੇ ਮਾਤਾ ਨੂੰ ਕਿਹਾ ਕਿ ਸਾਡੇ ਵਿੱਚੋਂ ਕਿਸੇ ਨੂੰ ਅਰਦਾਸ ਕਰਨੀ ਹੀ ਨਹੀਂ ਆਉਂਦੀ। ਇਹ ਗੱਲ ਸੁਣ ਕੇ ਮਾਤਾ ਪਾਸੋਂ ਵੀ ਰਿਹਾ ਨਾ ਗਿਆ। ਉਹ ਕਹਿਣ ਲੱਗੀ, ਤੁਹਾਨੂੰ ਪ੍ਰਸ਼ਾਦਾ ਤਾਂ ਛਕਣਾ ਆਉਂਦਾ ਹੈ, ਪਰ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਹੀ ਨਹੀਂ ਕਰਨਾ ਆਉਂਦਾ। ਬੜੀ ਭਾਵਨਾ ਨਾਲ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਇਆ ਸੀ ਅਤੇ ਭਾਵਨਾ ਰੱਖੀ ਸੀ ਕਿ ਨਵੀਂ ਫਸਲ ਆਈ ਹੈ। 5 ਸਿੰਘ ਲੰਗਰ ਛਕ ਕੇ ਫਸਲ ਦੇਣ ਵਾਲੇ ਦਾਤੇ ਦਾ ਧੰਨਵਾਦ ਕਰਨਗੇ ਅਤੇ ਸਾਡੇ ਕਾਰ ਵਿਹਾਰ ਦੀ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਲਈ ਅਰਦਾਸ ਕਰਨਗੇ। ਪਰ ਤੁਸੀਂ ਤਾਂ ਕੋਰੀ ਨਾ ਹੀ ਕਰ ਦਿੱਤੀ ਹੈ ਕਿ ਸਾਨੂੰ ਤਾਂ ਅਰਦਾਸ ਕਰਨੀ ਹੀ ਨਹੀਂ ਆਉਂਦੀ। ਇਹ ਕਹਿ ਕੇ ਉਸ ਮਾਈ ਨੇ ਨਾਲ ਇਹ ਵੀ ਹੋਕਾ ਭਰ ਕੇ ਕਿਹਾ, ਚਲੋ ਮੈਂ ਹੁਣ ਇਹੀ ਸਮਝ ਲਵਾਂਗੀ ਕਿ ਮੇਰੀ ਫਸਲ ਤੇ ਗੜਿਆਂ ਨੇ ਮਾਰ ਕਰ ਦਿੱਤੀ ਹੈ। ਮਾਤਾ ਦੇ ਇਹ ਬਚਨ ਸੁਣ ਕੇ ਉਹ ਸਾਰੇ ਸਿੰਘ ਬੜੇ ਸ਼ਰਮਸਾਰ ਹੋਏ ਅਤੇ ਪਰਿਵਾਰ ਪਾਸੋਂ ਵਿਦਾਇਗੀ ਲੈ ਕੇ ਬਾਹਰ ਆ ਕੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਅੱਜ ਤਾਂ ਬੜੀ ਬੇਇੱਜ਼ਤੀ ਹੋਈ ਹੈ। ਤਾਂ ਉਹਨਾਂ ਵਿੱਚ ਜੋ ਬਜ਼ੁਰਗ ਸੀ ਕਹਿਣ ਲੱਗਾ, ਮਾਈ ਨੇ ਕੋਈ ਸਾਡੇ ਨਾਲ ਵਾਅਦਾ ਨਹੀਂ ਕੀਤਾ, ਉਸਨੇ ਤਾਂ ਸੱਚੋ ਸੱਚ ਕਿਹਾ ਹੈ ਅਤੇ ਸੱਚ ਕੋੜਾ ਹੋਣ ਕਰਕੇ ਸਾਨੂੰ ਬੁਰਾ ਲੱਗਦਾ ਪਿਆ ਹੈ। ਅਸੀਂ ਵੀ ਤਾਂ ਮੂੰਹ ਚੁੱਕ ਕੇ ਕਿਸੇ ਦੇ ਘਰ ਵੀ ਪ੍ਰਸ਼ਾਦਾ ਛਕਣ ਲਈ ਤਾਂ ਤਿਆਰ ਹੋ ਜਾਂਦੇ ਹਾਂ। ਨਾਲ ਸਾਨੂੰ ਵੀ ਤਾਂ ਇੱਕ ਅਰਦਾਸੀਆ ਲੈ ਕੇ ਚੱਲਣਾ ਚਾਹੀਦਾ ਹੈ ਜਿਹੜਾ ਪ੍ਰਸ਼ਾਦੇ ਛਕੇ ਦੀ ਅਰਦਾਸ ਕਰ ਦਿਆ ਕਰੇ। ਅਤੇ ਇਹ ਸਾਡੀ ਸਾਰਿਆਂ ਦੀ ਢਿੱਲ ਹੈ ਜਿਸ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਉਸ ਮਾਤਾ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸਨੇ ਸਾਨੂੰ ਸੱਚੀਆਂ ਗੱਲਾਂ ਕਹਿ ਕੇ ਆਪਣੇ ਫਰਜ਼ ਤੋਂ ਸੁਚੇਤ ਕੀਤਾ ਹੈ। ਅਰਦਾਸ ਕਰਨੀ ਤਾਂ ਸਿਰਫ ਅਰਦਾਸੀਆ ਦਾ ਕੰਮ ਨਹੀਂ, ਹਰ ਗੁਰਸਿੱਖ ਨੂੰ ਅਰਦਾਸ ਕਰਨੀ ਆਉਣੀ ਚਾਹੀਦੀ ਹੈ। ਇੱਥੇ ਤਾਂ ਅਸੀਂ ਮਾਤਾ ਦੇ ਘਰ ਪ੍ਰਸ਼ਾਦਾ ਛਕਣ ਆਏ ਸਾਂ, ਪਰ ਘਰ ਵਿੱਚ ਕਿਹੜਾ ਸਾਡਾ ਆਪਣਾ ਹੈ? ਸਾਰਾ ਦਾਣਾ ਪਾਣੀ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਘਰ ਵਿੱਚ ਵੀ ਪ੍ਰਸ਼ਾਦਾ ਛਕਣ ਉਪਰੰਤ ਆਪਣੇ ਕਿਹੜੇ ਅਰਦਾਸੀਆਂ ਨੂੰ ਕਹਾਂਗੇ ਕਿ ਪ੍ਰਸ਼ਾਦਾ ਮੈਂ ਛਕਿਆ ਹੈ, ਧੰਨਵਾਦ ਤੂੰ ਗੁਰੂ ਮਹਾਰਾਜ ਦਾ ਕਰ ਦੇ। ਉਹ ਬਜ਼ੁਰਗ ਕਹਿਣ ਲੱਗਾ ਕਿ ਅੱਜ ਮੈਂ ਸ਼ਾਮ ਦਾ ਪ੍ਰਸ਼ਾਦਾ ਅਰਦਾਸ ਯਾਦ ਕਰਕੇ ਹੀ ਛਕਾਂਗਾ ਅਤੇ ਉਸ ਪਰਮਾਤਮਾ ਦਾ ਧੰਨਵਾਦ ਕਰਾਂਗਾ। ਬਾਕੀ ਸਿੰਘਾਂ ਨੇ ਵੀ ਪ੍ਰਣ ਕੀਤਾ ਕਿ ਇਹ ਸਾਡੀ ਢਿੱਲ ਹੈ। ਮਾਈ ਨੇ ਸਾਨੂੰ ਸੁੱਤਿਆਂ ਨੂੰ ਜਗਾਇਆ ਹੈ। ਜਿਸ ਦਾਤੇ ਦੀਆਂ ਦਿੱਤੀਆਂ ਦਾਤਾਂ ਅਸੀਂ ਵਰਤ ਰਹੇ ਹਾਂ, ਅਨੇਕ ਪ੍ਰਕਾਰ ਦੇ ਭੋਜਨ ਛਕਦੇ ਹਾਂ, ਉਸ ਦਾ ਸਾਰੀ ਉਮਰ ਧੰਨਵਾਦ ਕਰਨ ਦਾ ਚੇਤਾ ਹੀ ਸਾਨੂੰ ਨਹੀਂ ਆਇਆ। ਇਸ ਤਰ੍ਹਾਂ ਉਹ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਉੱਥੋਂ ਚਲੇ ਗਏ ਅਤੇ ਹੁਣ ਹਫ਼ਤੇ ਬਾਅਦ ਜਦੋਂ ਉਹ ਸਿੰਘ ਦੁਬਾਰਾ ਮਿਲੇ ਤਾਂ ਉਸ ਵਿੱਚੋਂ ਇੱਕ ਸਿੰਘ ਨੇ ਪੁੱਛਿਆ ਕਿ ਭਾਈ ਹਰਨਾਮ ਸਿੰਘ, ਤੂੰ ਅਰਦਾਸ ਯਾਦ ਕਰ ਲਈ ਹੈ? ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਮੈਂ ਘਰ ਜਾਂਦਿਆਂ ਹੀ ਸੁਖਮਨੀ ਸਾਹਿਬ ਵਿੱਚੋਂ 6ਵੀਂ ਅਸ਼ਟਪਦੀ ਦਾ ਸ਼ਲੋਕ ਯਾਦ ਕਰ ਲਿਆ ਸੀ ਅਤੇ ਹੁਣ ਹਰ ਸਮੇਂ ਸਵੇਰੇ ਸ਼ਾਮ ਜਦੋਂ ਵੀ ਪ੍ਰਸ਼ਾਦਾ ਛਕਣਾ ਹੋਵੇ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇਹ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰ ਨਾ ਗਤੀ ਕਰ ਪ੍ਰਸਾਦ ਗੁਰਦੇਵ ਪੜ ਕੇ ਨਾਲ ਬੇਨਤੀ ਕਰੀਦੀ ਹੈ, हे ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀਓ, ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਲੰਗਰ ਤਿਆਰ ਹੈ, ਆਪ ਕਿਰਪਾ ਕਰਕੇ ਭੋਗ ਲਾਵੋ ਅਤੇ ਸੀਤ ਪ੍ਰਸ਼ਾਦ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰੋ। ਔਰ ਅਗਰ ਵੱਡੀ ਅਰਦਾਸ ਕਰਕੇ ਪਹਿਲਾਂ ਪ੍ਰਸ਼ਾਦੇ ਨੂੰ ਭੋਗ ਲਵਾਇਆ ਹੋਵੇ ਤਾਂ ਅਰਦਾਸ ਕਰਨ ਤੋਂ ਬਾਅਦ ਇਹ ਸ਼ਲੋਕ ਵੀ ਨਾਲ ਪੜੀਦਾ ਹੈ, ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ। ਇਹ ਸ਼ਲੋਕ ਪੜ ਕੇ ਫਤਿਹ ਬੁਲਾ ਕੇ ਜੈਕਾਰਾ ਛੱਡ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਈਦਾ ਹੈ। ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਹੈ। ਪਰਮਾਤਮਾ ਜੋ ਕਿ ਸਾਰੇ ਦੀਨ ਦੁਖੀਆਂ ਦਾ, ਪਾਪੀਆਂ ਦਾ, ਪਸ਼ੂਆਂ ਪੰਛੀਆਂ ਦਾ ਹਰ ਸਮੇਂ ਪਾਲਣਾ ਕਰਦਾ ਹੈ, ਜਲਾਂ ਵਿੱਚ ਥਲਾਂ ਵਿੱਚ ਹਰ ਥਾਂ ਹਰ ਸਮੇਂ ਹਰ ਪਲ ਕਿਸੇ ਦਾ ਕੀਤਾ ਕਰਮ ਨਹੀਂ ਵਿਚਾਰਦਾ ਅਤੇ ਸਭ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਪਰਮਾਤਮਾ ਦੀਨ ਦਿਆਲ ਅਤੇ ਦਇਆ ਦਾ ਸਮੁੰਦਰ ਹੈ। ਜੀਵਾਂ ਦੇ ਪਾਪ ਕਰਮਾਂ ਨੂੰ ਦੇਖ ਕੇ ਵੀ ਦੇਣ ਤੋਂ ਸੰਕੋਚ ਨਹੀਂ ਕਰਦਾ। ਉਸ ਪਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਜਿਹੜਾ ਮਨੁੱਖ ਦਾਤਾਰ ਦਾਤੇ ਦੀਆਂ ਦਾਤਾਂ ਨੂੰ ਵਰਤਦਾ ਹੋਇਆ ਦਾਤੇ ਦਾ ਧੰਨਵਾਦ ਅਤੇ ਸ਼ੁਕਰਾਨਾ ਕਰਦਾ ਹੈ, ਉਹ ਪਰਮਾਤਮਾ ਅਤੇ ਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ ਹੈ। ਅਤੇ ਜਿਹੜਾ ਮਨੁੱਖ ਧੰਨਵਾਦ ਨਹੀਂ ਕਰਦਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਅਕਿਰਤ ਕਰਾਂ ਦੇ ਦੋਸ਼ ਦਾ ਭਾਗੀ ਬਣ ਕੇ ਭਾਈ ਗੁਰਦਾਸ ਜੀ ਦੇ ਬਚਨ ਭਾਰੇ ਪੋਈ ਅਕਿਰਤ ਕਨ ਮੰਦੀ ਹੂੰ ਮੰਦੇ
ਦਾ ਭਾਰ ਆਪਣੇ ਸਿਰ ਉੱਪਰ ਚੁੱਕ ਕੇ ਆਪਣੀ ਆਤਮਾ ਨੂੰ ਪਾਪ ਦੇ ਭਾਰ ਨਾਲ ਬੋਝਣ ਬਣਾ ਲੈਂਦਾ ਹੈ ਅਤੇ ਜੋ ਵੀ ਵਿਅਕਤੀ ਇਸ ਪਾਪਾਂ ਦੇ ਬੋਝ ਤੋਂ ਬਚਣਾ ਚਾਹੁੰਦਾ ਹੈ ਉਸ ਨੂੰ ਹਰ ਸਮੇਂ ਹਰ ਵੇਲੇ ਉਸ ਦਾਤਾਰ ਪ੍ਰਭੂ ਦੀਆਂ ਦਿੱਤੀਆਂ ਦਾਤਾਂ ਦਾ ਧੰਨਵਾਦ ਅਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।